ਡਰਿੰਕ ਕਰਕੇ ਆਰਡਰ ਕਰ ਦਿੰਦੇ ਆ, ਕਿਸੇ ਵੇਲੇ ਸੌਂ ਜਾਂਦੇ ਆ। ਅਸੀਂ ਜਿੱਦਾਂ ਲੋਕੇਸ਼ਨ ਤੇ ਪਹੁੰਚ ਕੇ ਫੋਨ ਕਰ ਦਈਦਾ, ਪੈਂਦੀ ਸੱਟੇ ਇਦਾਂ ਫੋਨ ਕਰਕੇ ਗਲਤ ਬੋਲਣ ਲੱਗ ਪੈਂਦੇ ਆ ਵੀ। ਜਦੋਂ ਕੰਮ ਸ਼ੁਰੂ ਕੀਤਾ ਸੀ ਤੁਸੀਂ ਇਸ ਤੋਂ ਝਿਜਕ ਮੰਨਦੇ ਸੀ ਵੀ ਮੈਂ ਆਹ ਬਾਈ ਟੀ-ਸ਼ਰਟ ਨਹੀਂ ਪਾ ਕੇ ਜਾਣੀ, ਜਾਂ ਜਿਹੜਾ ਝੋਲਾ ਹੁੰਦਾ ਪਿੱਛੇ ਤੁਹਾਡਾ ਪਾਇਆ ਉਹ ਨਹੀਂ ਪਾਉਣਾ? ਝਿਜਕ ਤਾਂ ਨਹੀਂ ਆਉਂਦੀ ਸੀ ਜਦੋਂ ਸ਼ੁਰੂ? ਬਿਲਕੁਲ ਬਾਈ, ਝਿਜਕ ਬਹੁਤ ਆਉਂਦੀ ਸੀ। ਐਦਾਂ ਆਉਂਦੀ ਸੀ ਜਦੋਂ ਮੈਨੂੰ ਜਮੈਟੋ ਮੈਂ ਸਟਾਰਟ ਕੀਤਾ, ਮੈਨੂੰ ਬੈਗ ਮਿਲਿਆ ਸੀ ਜਿਹੜਾ ਬਾਈਕ ਦੇ ਪਿੱਛੇ ਬੰਨ੍ਹਦੇ ਆਪਾਂ, ਉਹ ਮੈਂ ਇਕੱਠਾ ਕਰਕੇ ਲੈ ਕੇ ਜਾਂਦਾ ਹੁੰਦਾ ਸੀ। ਟੀ-ਸ਼ਰਟ ਵੀ ਨਹੀਂ ਪਾਉਂਦਾ ਹੁੰਦਾ ਸੀ ਮੈਂ, ਇਕੱਠਾ ਕਰਕੇ ਸ਼ਹਿਰ ਜਾ ਕੇ ਬੰਨ੍ਹਣਾ। ਸ਼ਹਿਰ ਜਾ ਕੇ ਵੀ ਕਿਤੇ ਓਲੀ ਜਗ੍ਹਾ ਤੇ ਮੈਨੂੰ ਕੋਈ ਬੰਨ੍ਹਦਾ ਨਾ ਦੇਖ ਲਵੇ, ਪਤਾ ਲੱਗ ਹੀ ਜਾਂਦਾ ਬੰਦੇ ਨੂੰ। ਜਿੱਦਾਂ ਮੈਂ ਮੰਨ ਲਓ ਆਰਡਰ ਚੱਕਣ ਗਿਆ, 2 ਬੰਦੇ ਬੈਠੇ ਆ, ਇੱਕ ਤਾਂ ਬਲੌਗਰਾਂ ਨੇ ਬੜਾ ਦੁਖੀ ਕੀਤਾ ਯਾਰ, ਐਦਾਂ ਵੀ ਬਾਈ ਕਹਿ ਦਿੰਦੇ ਆ। ਤੇ ਬਾਹਰ ਜਾ ਕੇ ਵੀ ਜੇ ਸ਼ਰਮ ਉਹ ਛੱਡਦੇ ਤੇ ਇੱਥੇ ਸ਼ਰਮ ਛੱਡ ਕੇ ਦੇਖ ਲਓ, ਬਹੁਤ ਕੁਝ ਬਣ ਜਾਂਦਾ। ਹਿੰਮਤ ਬਾਜ ਨਾ ਮੰਜ਼ਲਾਂ ਹੋਵਣ, ਨੀਤੋਂ ਬਾਜ ਨਾ ਧੰਦੇ। ਇਹ ਬੜੀ ਚੰਗੀ ਗੱਲ ਕਿਸੇ ਸ਼ਾਇਰ ਨੇ ਲਿਖੀ ਹੈ ਤੇ ਇਹ ਗੱਲ ਉਹਨਾਂ ਸਾਰੇ ਲੋਕਾਂ ਤੇ ਵੀ ਢੁੱਕਦੀ ਹੈ ਜਿਹੜੇ ਅਨਕੈਪ ਹੀਰੋ ਨੇ। ਹਰ ਵਿਅਕਤੀ ਅਨਕੈਪ ਹੀਰੋ ਹੈ ਜਿਹੜਾ ਆਪਣੇ ਪਰਿਵਾਰ ਨੂੰ ਚਲਾਉਣ ਦੀ ਜੱਦੋ-ਜਹਿਦ ਦੇ ਵਿੱਚ ਲੱਗਿਆ ਹੋਇਆ ਹੈ। ਆਪਣੇ ਸੁਪਨੇ ਤਾਂ ਪੂਰੇ ਕਰਨ ਦੀ ਜੱਦੋ-ਜਹਿਦ ਕਰ ਹੀ ਰਿਹਾ ਹੈ, ਪਰ ਆਪਣੇ ਮਾਪਿਆਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਦੇ ਵਿੱਚ ਵੀ ਲੱਗਿਆ ਹੋਇਆ ਹੈ। ਜ਼ਰੂਰੀ ਨਹੀਂ ਕਿ ਜਿਹੜੇ ਸਾਨੂੰ ਤਸਵੀਰਾਂ ਵਿਖਾਈਆਂ ਜਾਂਦੀਆਂ ਨੇ ਫਿਲਮਾਂ ਦੇ ਰੂਪ ਦੇ ਵਿੱਚ ਜਾਂ ਕਹਾਣੀਆਂ ਦੇ ਰੂਪ ਦੇ ਵਿੱਚ ਉਹੀ ਨਾਇਕ ਹੁੰਦੇ ਨੇ। ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਆਪ ਨਾਇਕ ਹੈ, ਕਿਉਂਕਿ ਉਹ ਵੱਖ-ਵੱਖ ਕਿਸਮ ਦੀਆਂ ਮੁਸੀਬਤਾਂ ਦੇ ਨਾਲ ਲੜ ਕੇ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹੋ ਜਿਹੀ ਇੱਕ ਮੋਟੀਵੇਸ਼ਨਲ ਸਟੋਰੀ ਲੈ ਕੇ ਅੱਜ ਤੁਹਾਡੇ ਸਾਹਮਣੇ ਰੂਬਰੂ ਹੋਏ ਆ। ਜ਼ੋਮੈਟੋ ਤੋਂ ਅਸੀਂ ਸਾਰੇ ਹੀ ਆਰਡਰ ਕਰਦੇ ਰਹਿੰਦੇ ਆ, ਇੱਕ ਫੂਡ ਡਿਲੀਵਰ ਕਰਨ ਵਾਲੀ ਐਪ ਜਿਸ ਤੇ ਬਹੁਤ ਸਾਰੇ ਲੋਕ ਆਪਣਾ ਰੋਜ਼ਗਾਰ ਚਲਾ ਰਹੇ ਨੇ, ਰੋਟੀ ਦਾ ਵਸੀਲਾ ਬਣਿਆ ਹੋਇਆ ਹੈ। ਇਸੇ ਤਰੀਕੇ ਦੇ ਨਾਲ ਕੁਝ ਅਜਿਹੇ ਨੌਜਵਾਨ ਵੀ ਜਿਹੜੇ ਹੈਗੇ ਨੇ ਜਿਹੜੇ ਉਸ ਦੇ ਜ਼ਰੀਏ ਆਪਣੀ ਰੋਟੀ ਦਾ ਵਸੀਲਾ ਤਾਂ ਤੋਰ ਹੀ ਰਹੇ ਨੇ, ਪਰ ਇਸੇ ਦੇ ਨਾਲ ਉਹ ਕੁਝ ਵਾਧੂ ਵੀ ਕਰਨਾ ਚਾਹੁੰਦੇ ਨੇ। ਵਾਧੂ ਕਿਵੇਂ ਕਰਨਾ ਚਾਹੁੰਦੇ ਨੇ ਉਸ ਦੀ ਹੀ ਅੱਜ ਤੁਹਾਡੇ ਸਾਹਮਣੇ ਉਦਾਹਰਨ ਪੇਸ਼ ਕਰਾਂਗੇ। ਸਾਡੇ ਨਾਲ ਬਾਈ ਗੁਰਪ੍ਰੀਤ ਸਿੰਘ ਹੁਣੀ ਮੌਜੂਦ ਨੇ। ਇਹਨਾਂ ਨੇ 100 ਡੇ ਚੈਲੰਜ ਲਿਆ ਹੋਇਆ ਹੈ। ਕਿਸ ਚੀਜ਼ ਦਾ ਉਹ 100 ਡੇ ਚੈਲੰਜ ਹੈ, ਇਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ। ਇਹਨਾਂ ਦੀਆਂ ਕੀ ਮੁਸੀਬਤਾਂ ਔਕੜਾਂ ਹੁੰਦੀਆਂ ਨੇ ਉਹ ਸਾਰੀਆਂ ਜਾਣਾਂਗੇ। ਉਮੀਦ ਕਰਦੇ ਹਾਂ ਅੰਤ ਤੱਕ ਪਹੁੰਚਦਿਆਂ ਤੁਸੀਂ ਬਾਈ ਹੁਣਾਂ ਤੋਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਜਾਂ ਮੋਟੀਵੇਸ਼ਨ ਵਾਲੀਆਂ ਗੱਲਾਂ ਸੁਣੋਗੇ ਅਤੇ ਉਸੇ ਦੇ ਨਾਲ ਆਪਾਂ ਬਾਈ ਦਾ ਸਵਾਗਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕਿਵੇਂ ਹੋ ਜੀ? ਬਹੁਤ ਵਧੀਆ ਬਾਈ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜ਼ੋਮੈਟੋ 'ਚ ਕੰਮ ਕਰਦਿਆਂ ਕਿੰਨਾ ਸਮਾਂ ਹੋ ਚੁੱਕਿਆ? ਆਪਾਂ ਨੂੰ ਬਾਈ ਪੌਣੇ 3 ਸਾਲ ਹੋ ਗਏ ਆ, 3 ਸਾਲ ਕੰਪਲੀਟ ਹੋ ਜਾਣੇ ਆ। ਲਗਾਤਾਰ ਇਹ 'ਚ ਹੀ ਲੱਗੇ? ਲਗਾਤਾਰ ਇਹ 'ਚ ਲੱਗੇ ਹੋਏ ਆਪਾਂ। ਅੱਛਾ, ਬਿਲਕੁਲ ਠੀਕ ਹੈ। ਤੇ ਤੁਸੀਂ ਲਗਾਤਾਰ ਪੌਣੇ 3 ਸਾਲ ਤੋਂ ਇਸੇ ਪਾਸੇ ਲੱਗੇ ਹੋਏ ਹੋ, ਪਰ ਹੁਣ ਤੁਸੀਂ 100 ਡੇ ਚੈਲੰਜ ਲਿਆ ਹੈ। ਇਹ ਚੈਲੰਜ ਕਿਉਂ? ਸੋਸ਼ਲ ਮੀਡੀਆ ਦੀ ਰੰਗਤ ਦੇਖ ਕੇ ਜਾਂ ਕਿਹੜੀ ਗੱਲ ਨੇ ਤੁਹਾਨੂੰ ਮੋਟੀਵੇਟ ਕੀਤਾ, ਜਾਂ ਫਿਰ ਕੋਈ ਮਜਬੂਰੀ ਹੈ ਵੀ ਭਾਈ ਮੈਂ 100 ਡੇ ਚੈਲੰਜ ਲੈ ਲੈਣਾ ਆ, ਇਹਦੇ ਨਾਲ 4 ਪੈਸੇ ਜਾਂ 4 ਚੀਜ਼ਾਂ ਮੈਂ ਜੋੜ ਲਵਾਂਗਾ? ਬਿਲਕੁਲ ਬਾਈ ਇਦਾਂ ਸੀਗਾ ਵੀ ਜਦੋਂ ਮੈਂ ਜੋਮੈਟੋ ਜੁਆਇਨ ਕੀਤੀ ਸੀ ਤੇ ਬਿਲਕੁਲ ਜੋਮੈਟੋ ਆਪਣੀਆਂ ਜ਼ਰੂਰਤਾਂ ਘਰ ਦੇ ਖਰਚੇ ਨੂੰ ਪੂਰਾ ਕਰਦਾ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਤੇ 3 ਸਾਲ ਤੋਂ ਪੂਰਾ ਵੀ ਕਰ ਰਿਹਾ। ਤੇ ਪਰ ਇੱਕ ਚੀਜ਼ ਹੁੰਦੀ ਨਾ ਵੀ ਜਿੱਦਾਂ ਸਾਰਾ ਕੁਝ ਬਣਾਉਣਾ, ਘਰਦਿਆਂ ਦੀਆਂ ਫਿਕਰਾਂ ਨੂੰ ਦੂਰ ਕਰਨਾ, ਕੁਛ ਨਾ ਕੁਛ ਵੱਡਾ ਕਰਕੇ ਜੋ ਘਰਦਿਆਂ ਦੇ ਸੁਪਨੇ ਹੁੰਦੇ ਆ, ਤੇ ਉਸ ਚੀਜ਼ ਨੂੰ ਦੇਖਦੇ ਹੋਏ ਆਪਾਂ ਇਦਾਂ ਸ਼ੁਰੂ ਕੀਤਾ ਸੀਗਾ ਵੀ ਸੋਸ਼ਲ ਮੀਡੀਆ ਤੇ ਦੇਖਦੇ ਕੋਈ ਕੁਛ ਚੈਲੰਜ ਕਰਦਾ, ਕੋਈ 75 ਡੇ ਚੈਲੰਜ ਕਰਦਾ ਆ, ਤੇ ਇਦਾਂ ਸੀਗਾ ਵੀ ਮੇਰੇ ਵੀ ਮਨ 'ਚ ਖਿਆਲ ਆਇਆ ਵੀ ਆਪਾਂ ਕੰਮ ਵੀ ਕਰਦੇ ਆ ਨਾਲ ਕੁਛ ਨਾ ਕੁਛ ਨਾਲ ਐਕਸਟਰਾ ਜੇ ਆਪਾਂ ਕੋਈ ਹੋਰ ਕੰਮ ਕਰ ਸਕੀਏ, ਤੇ ਉਸ ਤੇ ਵੀ ਆਪਾਂ ਮਿਹਨਤ ਸ਼ੁਰੂ ਕਰਤੀ। ਤੇ ਇਦਾਂ ਸੀਗਾ ਵੀ ਜਿਹੜੀ ਮਾੜਾ ਮੋਟਾ ਵੀਡੀਓ ਦਾ ਕੰਮ ਸੀਗਾ ਉਹ ਮੈਂ ਜਿੱਦਾਂ ਬਾਹਰ ਰਹਿ ਕੇ ਜਿੱਦਾਂ ਮੈਨੂੰ ਐਡੀਟਿੰਗ ਥੋੜੀ ਬਹੁਤੀ ਆਉਂਦੀ ਸੀ, ਤੇ ਇੰਨਾ ਕਿ ਮੈਨੂੰ ਹੈਗਾ ਸੀਗਾ ਵੀ ਮੈਂ ਇਹ ਕਰ ਸਕਦਾ ਆ, ਮਤਲਬ ਕਿ ਮੈਂ ਸਟਾਰਟਿੰਗ ਕਰ ਲਈ। ਤੇ 3 ਸਾਲ ਤਾਂ ਜੋਮੈਟੋ 'ਚ ਮੈਨੂੰ ਕੰਮ ਕਰਦੇ ਨੂੰ ਹੋ ਗਿਆ, ਤੇ ਪਰ ਜਿੱਦਾਂ ਜਿਹੜਾ ਸੋਸ਼ਲ ਮੀਡੀਆ ਤੇ ਮੈਂ ਉੱਤੇ 2-2.5 ਮਹੀਨੇ ਹੋਏ ਮੈਨੂੰ ਹੱਲੇ। ਠੀਕ ਹੈ, ਤੁਹਾਡਾ ਚੈਲੰਜ ਕਹਿੰਦਾ ਕੀ ਹੈ? ਤੁਹਾਡੇ ਚੈਲੰਜ 'ਚ ਤੁਸੀਂ ਕੀ ਚੈਲੰਜ ਅਸੈਪਟ ਕੀਤਾ ਹੋਇਆ ਕਿ ਕੀ ਕਰਨਾ ਹੈ, ਤੁਸੀਂ ਕਿੰਨੇ ਸਮੇਂ 'ਚ ਕਰਨਾ ਹੈ? ਸਮਾਂ ਬਾਈ ਇਹ ਹੈਗਾ 100 ਦਿਨਾਂ ਦਾ ਚੈਲੰਜ ਆ। 100 ਦਿਨਾਂ ਦੇ ਅੰਦਰ 100 ਦਿਨ ਕੰਪਲੀਟ ਨਹੀਂ ਕਰਨੇ ਮੈਂ। ਜਿੱਦਾਂ 90 ਦਿਨ ਹੋ ਜਾਣ, 85 ਦਿਨ ਹੋ ਜਾਣ, 95 ਦਿਨ ਹੋ ਜਾਣ, 100 ਦਿਨ ਮੈਂ 100 ਦਿਨ 'ਚ ਮਤਲਬ ਕਿ ਪਹਿਲਾਂ ਕਰਨਾ 100 ਦਿਨਾਂ ਤੋਂ ਮਿਨੀਮਮ ਡੇਜ਼। ਤੇ ਕਰਨਾ ਕੀ ਹੈ? ਕਰਨਾ ਬਾਈ ਕੁਛ ਨਹੀਂ, ਬਸ ਇਦਾਂ ਆ ਵੀ ਲੱਖ ਰੁਪਏ ਦਾ ਜਿਹੜਾ ਟਾਰਗੇਟ ਰੱਖਿਆ ਹੈ। ਟਾਰਗੇਟ ਲੱਖ ਰੁਪਏ ਦਾ ਬਾਈ। ਅੱਛਾ, ਹਾਂਜੀ। 100 ਦਿਨਾਂ ਦੇ ਅੰਦਰ ਬਾਈ ਨੇ ਕਿਹਾ ਵੀ ਉਹਨਾਂ ਨੇ ਟਾਰਗੇਟ ਰੱਖਿਆ ਵੀ 1 ਲੱਖ ਰੁਪਈਆ ਕਮਾਉਣਾ ਹੈ। ਸਵਾਲ ਮੇਰਾ ਸਿੱਧਾ ਤੇ ਸਪਸ਼ਟ ਹੈ, ਲੱਖ ਰੁਪਈਆ ਕਮਾਉਣ ਦਾ ਜਿਹੜਾ ਟਾਰਗੇਟ ਰੱਖਿਆ ਕਿਉਂ ਰੱਖਿਆ? ਕੋਈ ਸੋਚਿਆ ਹੋਇਆ, ਕੋਈ ਚੀਜ਼ ਬਣਾਉਣੀ ਹੈ, ਕੋਈ ਘਰ ਦਾ ਕੰਮ ਕਰਨਾ, ਕਿਉਂ? ਦਰਅਸਲ ਬਾਈ ਇਦਾਂ ਗੱਲ ਆ ਵੀ ਜਦੋਂ ਕੋਈ ਬੰਦਾ ਮੰਨ ਲਓ ਲਗਾਤਾਰ 3 ਸਾਲ ਤੋਂ ਕੰਮ ਕਰਦਾ ਆ, ਤੇ ਉਹ ਇੱਕ ਟਾਈਮ ਤੇ ਆ ਕੇ ਬੋਰ ਵੀ ਹੋ ਜਾਂਦਾ ਕਿ ਮੈਂ ਜਾਂ ਕੰਮ ਚੇਂਜ ਕਰ ਦਵਾਂ ਜਾਂ ਕਿਦਾਂ।
ਪਰ ਉਹ ਜਿੱਦਾਂ ਕੋਈ ਹੋਰ ਕੋਈ ਨਾ ਇੰਨੀ ਪੜ੍ਹਾਈ ਸੀਗੀ ਤੇ ਨਾ ਕੋਈ ਉੱਦਾਂ ਦੀ ਹੱਥ ਦੀ ਕੋਈ ਕਾਰੀਗਰੀ ਸੀ ਵੀ ਆਪਾਂ ਹੋਰ ਕਿਤੇ ਕੰਮ ਕਰ ਸਕੀਏ ਤੇ ਬਾਹਰ ਜਾਣ ਲਈ ਏਡੇ ਆਪਾਂ ਹੈ ਨਹੀਂ ਕਰਦੇ। ਅੱਛਾ। ਤੇ ਇਸ ਕਰਕੇ ਮੈਂ ਇਹ ਸੋਚਿਆ ਵੀ ਚਲੋ ਨਾਲ ਤਾਂ ਆਪਣਾ ਸੋਸ਼ਲ ਮੀਡੀਆ ਤੇ ਕੁਝ ਸਟਾਰਟ ਹੋ ਜੂ ਤੇ ਨਾਲ ਕੋਈ ਨਾ ਕੋਈ ਜਿੱਦਾਂ ਕੰਮ ਦੇ ਵਿੱਚ ਮੇਰਾ ਫੋਕਸ ਜ਼ਿਆਦਾ ਵਧੂਗਾ। ਠੀਕ ਹੈ। ਮੈਂ ਲੱਖ ਰੁਪਏ ਦੇ ਚੈਨਲ ਨੂੰ ਸੀਰੀਅਸ ਲੈ ਕੇ ਮੈਂ ਡੇਲੀ ਕੰਮ ਤੇ ਜਾਊਂਗਾ ਬਿਨਾਂ ਕਿਸੇ ਛੁੱਟੀ ਤੋਂ। ਇਸ ਕਰਕੇ ਬਾਈ ਮੈਂ ਸਟਾਰਟ ਕੀਤਾ ਆ ਤੇ ਬਿਲਕੁਲ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਆਪਾਂ ਨੂੰ ਬਹੁਤ ਤੇ ਆਪਾਂ ਇਸੇ ਤਰ੍ਹਾਂ ਡਟੇ ਰਵਾਂਗੇ। ਅੱਛਾ, ਤੇ ਹੁਣ ਤੁਹਾਨੂੰ ਦਿਨ ਕਿੰਨੇ ਹੋ ਚੁੱਕੇ ਨੇ ਜੇ ਅੱਜ ਤੱਕ ਆਪਾਂ ਹਿਸਾਬ ਲਾਈਏ ਕਿੰਨੇ ਦਿਨ ਹੋ ਗਏ ਤੇ ਜੇ ਕਮਾਈ ਰਿਵੀਲ ਕਰਨੀ ਆ ਤਾਂ ਉਹ ਵੀ ਦੱਸ ਸਕਦੇ ਹੋ? ਰਿਵੀਲ ਬਾਈ ਮੈਂ ਇਦਾਂ ਸੀਗਾ, ਮੈਂ ਸੋਚਿਆ ਸੀਗਾ ਜਦੋਂ ਹਾਫ ਡੇ 50 ਦਿਨ ਨਿਕਲ ਜਾਣਗੇ ਤੇ 50 ਦਿਨਾਂ ਦੇ ਆਪਾਂ ਦੱਸ ਦਵਾਂਗੇ ਸਾਰਿਆਂ ਨੂੰ ਵੀ ਆਪਣੀ ਕਮਾਈ ਕਿੰਨੀ ਹੋ ਗਈ ਆ ਜਾਂ ਕਿੱਦਾਂ ਵੀ। ਤੇ ਅੱਜ ਸੌਖ ਨਾਲ 50 ਦੇਣੀ ਆ। ਅੱਛਾ, ਅੱਧਾ ਚੈਲੰਜ ਕੰਪਲੀਟ ਹੋ ਗਿਆ ਤੇ ਹੁਣ ਸਪੀਡ ਮੈਨੂੰ ਹੋਰ ਵਧਾਉਣੀ ਪੈਣੀ ਆ ਕਿਉਂਕਿ ਮੈਂ ਰਿਵੀਲ ਨਹੀਂ ਕਰ ਸਕਦਾ। ਮੈਂ ਇਹ ਕਹਿਣਾ ਵੀ ਜਿੱਦਾਂ ਮਤਲਬ ਕਿ ਥੋੜੀ ਅਰਨਿੰਗ ਹੱਲੇ ਘੱਟ ਆ ਤੇ ਮੈਂ 100 ਦਿਨਾਂ ਤੋਂ ਪਹਿਲਾਂ ਕਰਨਾ, ਮੈਂ 50 ਦਿਨ ਹੋਰ ਨਹੀਂ ਲੈ ਸਕਦਾ। ਮੈਂ ਹੋਰ 30 ਦਿਨ ਜਾਂ 35 ਦਿਨ ਜਾਂ 40 ਦਿਨ ਲੈ ਸਕਦਾ ਆ, ਮੈਂ 50 ਦਿਨ ਹੋਰ ਨਹੀਂ ਲੈਣੇ। 50 ਦਿਨ ਅੱਜ ਹੋ ਗਏ ਆ ਤੇ ਮੈਨੂੰ ਉਹ ਦੁੱਗਣੀ ਸਪੀਡ ਨਾਲ ਹੁਣ ਕੰਮ ਕਰਨਾ ਪਏਗਾ। ਜੇ ਮੰਨ ਲਓ ਅੱਗੇ ਮੈਂ 12 ਘੰਟੇ 14 ਘੰਟੇ ਕੰਮ ਕਰਦਾ ਸੀ, ਮੈਨੂੰ ਸ਼ਾਇਦ ਜ਼ਿਆਦਾ ਵੀ ਕਰਨੇ ਪੈ ਸਕਦੇ ਆ। ਹੁਣ ਮਿਹਨਤ ਦੀ ਗੱਲ ਜੇ ਕਰੀਏ, ਤੁਸੀਂ ਜੇ ਚੈਲੰਜ ਤਾਂ ਲਿਆ ਹੈ ਉਦਾਂ ਨਾਰਮਲ ਦਿਨਾਂ ਦੇ ਵਿੱਚ ਵੀ ਮਿਹਨਤ ਕਰਦੇ ਹੀ ਹੋਵੋਗੇ, ਜ਼ਾਹਰ ਹੈ 3.5 ਸਾਲ ਪੌਣੇ 3 ਸਾਲ ਕੰਮ ਕਰਦਿਆਂ ਨੂੰ ਹੋ ਚੁੱਕੇ ਨੇ, ਤਾਂ ਹੁਣ ਜਦੋਂ ਇਹ ਚੈਲੰਜ ਲਿਆ ਹੋਇਆ ਹੈ ਤਾਂ ਮਿਹਨਤ ਜ਼ਿਆਦਾ ਲੱਗਦੀ ਹੈ ਆਮ ਦਿਨਾਂ ਦੇ ਨਾਲੋਂ ਜਿੱਦਾਂ ਪਹਿਲਾਂ ਨਾਰਮਲ ਕਰਦੇ ਸੀ? ਨਾਰਮਲ ਬਾਈ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਸੋਸ਼ਲ ਮੀਡੀਆ ਤੇ ਆਉਣ ਤੋਂ ਪਹਿਲਾਂ 12 ਘੰਟੇ ਲਾ ਲੈਣੇ, 8 ਘੰਟੇ ਲਾ ਲੈਣੇ, 5 ਘੰਟੇ ਵੀ ਕਿਸੇ ਵੇਲੇ ਲਾ ਕੇ ਚੱਲ ਜਾਣਾ। ਸੀਰੀਅਸ ਨਹੀਂ ਹੁੰਦੇ ਸੀ ਕਿਉਂਕਿ ਬੋਰਿੰਗ ਜਿਹਾ ਹੋ ਗਿਆ ਸੀ ਕੰਮ। ਜਦੋਂ ਲੱਗੇ ਦਿਹਾੜੀ ਪੈ ਗਈ ਫਿਰ ਚਲੇ ਜਾਣਾ, ਬਸ ਦਿਹਾੜੀ ਪੈ ਗਈ ਚੱਲ ਗਿਆ। ਜਿੱਦਾਂ ਮੰਨ ਲਓ ਕਿਸ਼ਤ ਜੋਗੇ ਹੋ ਗਿਆ, ਮਹੀਨੇ ਬਾਅਦ ਕਿਸ਼ਤ ਦੇਣੀ, ਫਿਰ ਛੁੱਟੀਆਂ ਕਰ ਲੈਣੀਆਂ ਦੋ। ਤੇ ਉਸ ਕਰਕੇ ਥੋੜਾ ਇਹ ਸੀਗਾ ਵੀ ਇੱਕ ਤਾਂ ਦਿਮਾਗ 'ਚ ਇਹ ਵੀ ਸੀਗਾ ਵੀ ਯਾਰ ਕਿਉਂਕਿ ਸਮਾਂ ਨਹੀਂ ਰੁਕ ਰਿਹਾ, ਬਹੁਤ ਫਾਸਟ ਚੱਲ ਰਿਹਾ ਤੇ ਆਪਾਂ ਨੂੰ ਇਹ ਸੀਗਾ ਵੀ ਕੁਛ ਨਾ ਕੁਛ ਕਰਨਾ ਪੈਣਾ, ਵੀ ਇਦਾਂ ਗੱਲ ਨਹੀਂ ਬਣਨੀ ਹੈਗੀ ਕਿਉਂਕਿ ਸਾਥ ਕੋਈ ਵੀ ਨਹੀਂ ਦਿੰਦਾ, ਨਾ ਕੋਈ ਰਿਸ਼ਤੇਦਾਰ ਨਾ ਕੋਈ ਬਾਹਰਲਾ। ਤੇ ਇਸ ਕਰਕੇ ਆਪਾਂ ਨੂੰ ਘਰ ਦੇ ਹਾਲਾਤ ਕੀ ਕਹਿੰਦੇ ਨੇ, ਕਿਹੋ ਜਿਹੇ ਨੇ ਘਰ ਦੇ ਹਾਲਾਤ? ਘਰ ਦੇ ਹਾਲਾਤ ਬਾਈ ਸੋਸ਼ਲ ਮੀਡੀਆ ਤੇ ਆਉਣ ਦਾ ਮੇਰਾ ਮੇਨ ਕਾਰਨ ਵੀ ਘਰ ਦੇ ਹਾਲਾਤਾਂ ਕਰਕੇ ਹੀ ਆ ਕਿਉਂਕਿ ਮੈਂ ਰਹਿਣਾ ਆਪਣੇ ਨਾਨਕੇ ਪਿੰਡ ਚਾਚੋਵਾਲ ਤੇ ਅਸਲ ਮੇਰਾ ਜਿਹੜਾ ਪਿੰਡ ਆ ਉਹ ਦਾਦੂਵਾਲ ਆ ਤੇ ਉੱਥੇ ਫਿਲਹਾਲ ਮੇਰੇ 2 ਹੀ ਕਮਰੇ ਆ। ਸਾਡਾ ਜਿੱਦਾਂ ਪੇਟੀ ਪੁੱਟੀ ਵਗੈਰਾ ਉੱਥੇ ਹੀ ਆ, ਅਸੀਂ ਉੱਥੇ ਜਿੱਦਾਂ ਰਿਹਾਇਸ਼ ਨਹੀਂ ਹੈਗੀ ਸਾਡੀ ਰਿਹਾਇਸ਼ ਜਿੱਦਾਂ 20 ਸਾਲਾਂ ਤੋਂ ਇੱਥੇ ਹੀ ਆ, ਆਪਣੇ ਨਾਨਕੇ ਪਿੰਡ ਹੀ ਆ। ਤੇ ਉਹ ਇੱਥੇ ਕਿਉਂ ਨਹੀਂ ਰਿਹਾਇਸ਼? ਤੁਹਾਡੇ ਪਰਿਵਾਰ ਚ ਕੌਣ ਕੌਣ ਹੈ? ਮੇਰੇ ਪਰਿਵਾਰ 'ਚ ਮੇਰੀ ਮੰਮੀ ਆ, ਮੇਰੀ ਸਿਸਟਰ ਆ, ਮੇਰੇ ਬ੍ਰਦਰ ਆ ਤੇ ਮੈਂ ਆ। ਹਾਂਜੀ, ਤੇ ਨਾਨਕੇ ਰਹਿੰਦੇ ਆ, ਮੇਰੇ ਨਾਨਾ ਨਾਨੀ ਉੱਥੇ ਨਾਲ ਰਹਿੰਦੇ। ਫਾਦਰ ਸਾਹਿਬ ਤੁਹਾਡੇ? ਫਾਦਰ ਸਾਹਿਬ ਐਕਸਪਾਇਰ ਹੋ ਗਏ ਜੀ। ਕਿੰਨੀ ਉਮਰ ਸੀ ਉਦੋਂ ਤੁਹਾਡੀ? ਮੈਂ ਮਤਲਬ ਕਿ ਦੇਖੇ ਵੀ ਨਹੀਂ, ਕਾਫੀ ਮਤਲਬ ਕਿ ਛੋਟੇ। ਅੱਛਾ, ਅਸੀਂ ਛੋਟੇ ਸੀਗੇ। ਤੇ ਮਾਤਾ ਜੀ ਨੇ ਤੁਹਾਨੂੰ ਪਾਲਿਆ? ਮਾਤਾ ਜੀ ਨੇ ਪਾਲਿਆ, ਬਹੁਤ ਔਖੇ ਹੋ ਕੇ। ਅੱਛਾ, ਹਾਂਜੀ। ਤੇ ਘਰ ਦੇ ਬਾਈ ਇਦਾਂ ਹਾਲਾਤ ਸੀਗੇ ਵੀ ਜਿੱਦਾਂ ਜਦੋਂ ਫਾਦਰ ਸਾਹਿਬ ਦੀ ਡੈਥ ਹੋਈ, ਜ਼ਿਆਦਾ ਛੋਟੇ ਸੀ ਤੇ ਤੁਹਾਨੂੰ ਪਤਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਂਦਾ। ਤੇ ਇਸ ਕਰਕੇ ਫਿਰ ਮੇਰੀ ਮੰਮੀ ਹੁਣੀ ਇੱਥੇ ਸ਼ਿਫਟ ਹੋ ਗਏ, ਨਾਨਕਿਆਂ ਦੇ ਸ਼ਿਫਟ ਹੋ ਗਏ ਤੇ ਉੱਥੇ ਉਹ ਹੁਣ ਬਸ ਸਾਡੇ ਸਿਰ ਤੇ ਹੀ ਆ ਵੀ ਅਸੀਂ ਉਸ ਘਰ ਨੂੰ ਕਿੱਦਾਂ ਅੱਗੇ ਵਧਾਉਣਾ, ਕਿੱਦਾਂ ਅੱਗੇ ਉਹਨੂੰ ਸਕਸੈਸ ਕਰਨਾ, ਉਹ ਸਾਡੇ ਸਿਰ ਤੇ ਹੀ ਆ। ਸਹੀ ਗੱਲ ਹੈ। ਤੇ ਹੁਣ ਤੁਸੀਂ ਪਿਛਲੇ ਪੌਣੇ 3 ਸਾਲ ਤੋਂ ਮਿਹਨਤ 'ਚ ਲੱਗੇ ਹੋਏ ਹੋ, ਕੋਈ ਸੁਧਾਰ ਕੀਤਾ ਹੈ ਆਪਣੀ ਲਾਈਫ ਸਟਾਈਲ ਦੇ ਵਿੱਚ, ਆਪਣੇ ਮਾਪਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਲਿਆਂਦਾ ਹੈ? ਮੈਨੂੰ ਲੱਗਦਾ ਬਾਈ ਮੇਰੇ 'ਚ ਬਹੁਤ ਵੱਡਾ ਚੇਂਜ ਆਇਆ ਚੈਲੰਜ ਸ਼ੁਰੂ ਕਰਕੇ ਕਿਉਂਕਿ ਅੱਗੇ ਇਦਾਂ ਸੀ ਕੰਮ ਤੋਂ ਚੱਲ ਗਏ, ਰੋਟੀ ਖਾ ਲਈ, ਸੌਂ ਗਏ ਤੇ ਮਤਲਬ ਕਿ ਸਰੀਰ ਵੀ ਮਾਈਂਡ ਵੀ ਇਦਾਂ ਨਾ ਬਿਲਕੁਲ ਖਤਮ ਜਿਹਾ ਹੋ ਗਿਆ ਸੀ, ਜਿੱਦਾਂ ਇੱਕ ਗੁਲਾਮਾਂ ਦਾ ਨਹੀਂ ਹੁੰਦਾ ਵੀ ਬਸ ਕੰਮ ਕਰ ਲਿਆ, ਗੁਲਾਮੀ ਜੀ ਹੋ ਗਈ ਸੀ। ਤੇ ਪਰ ਜਦੋਂ ਮੈਂ ਚੈਲੰਜ ਸ਼ੁਰੂ ਕੀਤਾ ਇੰਨਾ ਕੁ ਮਤਲਬ ਕਿ ਜ਼ਿਆਦਾ ਮੇਰੇ 'ਚ ਜੋਸ਼ ਆਇਆ ਜਾਂ ਕਿਸੇ ਤਰ੍ਹਾਂ ਵੀ ਲਾ ਲਓ, ਮੈਂ ਆਪਣਾ ਟਾਈਮ ਟੂ ਟਾਈਮ ਕੰਮ ਤੇ ਜਾਣ ਲੱਗਾ। ਮੇਰੀ ਕਿਉਂਕਿ ਮਿਹਨਤ ਜ਼ਿਆਦਾ ਵੱਧ ਗਈ, ਦਿਮਾਗ ਦੇ ਸਟ੍ਰੈਸ ਵਾਸਤੇ ਮੈਂ ਨੀਂਦ ਵੀ ਪੂਰੀ ਲੈਣ ਲੱਗਾ। ਅੱਗੇ ਮੈਂ ਫੋਨ ਚਲਾਈ ਜਾਣਾ। ਫਿਰ ਦੂਜੀ ਸਾਰਿਆਂ ਨਾਲੋਂ ਵੱਡੀ ਗੱਲ ਇਹ ਆ, ਮੈਂ ਬਾਈ ਪਹਿਲਾਂ ਕੋਈ ਮਿਹਨਤ ਨਹੀਂ ਕਰਦਾ, ਕੋਈ ਜਿਮ ਜੋਗੇ ਤਾਂ ਭਾਜੀ ਇੰਨੇ ਹੁੰਦੇ ਨਹੀਂ ਪੈਸੇ ਆਪਣੇ, ਹਨਾ ਜ਼ਿਆਦਾ ਨਹੀਂ ਬੰਦਾ ਕਰ ਸਕਦਾ। ਤੇ ਮੈਂ ਸਵੇਰ ਨੂੰ ਅੱਧਾ ਘੰਟਾ ਆਪਣੇ ਸਰੀਰ ਨੂੰ ਵੀ ਦੇਣਾ ਸ਼ੁਰੂ ਕਰਤਾ ਇਸ ਟਾਈਮ। ਡੰਡ ਬੈਠਕਾਂ ਜਿੱਦਾਂ ਹੋ ਗਿਆ, ਨਾਰਮਲ ਐਕਸਰਸਾਈਜ਼, ਲਾਈਫ ਸਟਾਈਲ ਮੈਂ ਬਿਲਕੁਲ ਮਤਲਬ ਕਿ ਐਕਟਿਵ ਜਿਹਾ ਰਹਿਣ ਲੱਗ ਪਿਆ ਅੱਗੇ ਨਾਲੋਂ। ਅੱਗੇ ਤਾਂ ਬਸ ਇਦਾਂ ਹੀ ਸੀ ਵੀ ਸੌਂ ਲਿਆ ਬੰਨੀ, ਇਸ ਕੰਮ ਤੇ ਵੀ ਬਾਸੀਆਂ ਮਾਰੀ ਜਾਣੀਆਂ। ਹੁਣ ਬਿਲਕੁਲ ਐਕਟੀਵੇਟ ਆਪਾਂ ਤੇ ਪੂਰੀ ਜੋਸ਼ ਨਾਲ ਅੱਗੇ ਵਧ। ਬਾਈ ਤੁਸੀਂ ਜ਼ੋਮੈਟੋ 'ਚ ਕੰਮ ਕਰਦੇ ਹੋ, ਸਵਾਲ ਥੋੜੇ ਜਿਹੇ ਇਹਦੇ ਮੁਤਲਕ ਪੁੱਛ ਲੈਣਾ। ਤੁਸੀਂ ਸਾਥੀ ਤੁਹਾਡੇ ਨਾਲ ਬਹੁਤ ਸਾਰੇ ਹੋਣਗੇ, ਉਹ ਤੁਹਾਡੇ ਇਸ ਕੰਮ ਨੂੰ ਜਿਹੜਾ ਤੁਸੀਂ ਸ਼ੁਰੂ ਕੀਤਾ, ਜਿਹੜੇ ਤਾਂ ਜਾਣਦੇ ਨੇ, ਕੀ ਤੁਹਾਨੂੰ ਐਪਰੀਸੀਏਸ਼ਨ ਮਿਲਦੀ ਹੈ? ਨਾਲ ਦੇ ਸਾਥੀ ਜਿਹੜੇ ਨੇ ਉਹ ਕਰਦੇ ਨੇ ਜਾਂ ਸਿਰਫ ਮਜ਼ਾਕ ਹੀ ਚੱਲਦਾ? ਬਿਲਕੁਲ ਬਾਈ, ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪਣੇ ਘਰਦਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਘਰਦਿਆਂ ਦੀ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕੰਮਾਂ 'ਚ, ਇਸ ਲਾਈਨ 'ਚ। ਤੇ ਉਸ ਤੋਂ ਬਾਅਦ ਮੈਂ ਜਲੰਧਰ ਜਮੈਟੋ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਮੈਨੂੰ ਐਪਰੀਸ਼ੀਏਟ ਹੀ ਕੀਤਾ। ਚਲੋ ਜਿੱਦਾਂ ਮਰਜ਼ੀ ਕਹਿ ਸਕਦੇ, ਕੋਈ ਨਾ ਕੋਈ ਬੰਦਾ ਹੁੰਦਾ ਹੀ ਆ। ਕੀ ਕਹਿੰਦੇ ਕੀ ਨੇ? ਐਪਰੀਸ਼ੀਏਟ ਕਰਨ ਵਾਲੇ ਤਾਂ ਟੌਂਟ ਕਰਨ ਵਾਲੇ? ਐਪਰੀਸ਼ੀਏਟ ਵਾਲੇ ਬਾਈ ਫੁੱਲ ਸਪੋਰਟ ਆ ਤੇ ਜਿੱਦਾਂ ਟੌਂਟ ਵਾਲੇ ਉਹ ਵੀ ਮੈਨੂੰ ਪਤਾ ਆ
ਕਿ ਪਤਾ ਲੱਗ ਹੀ ਜਾਂਦਾ ਬੰਦੇ ਨੂੰ। ਕਹਿੰਦੇ ਕੀ ਆ? ਜਿੱਦਾਂ ਮੈਂ ਮੰਨ ਲਓ ਆਰਡਰ ਚੱਕਣ ਗਿਆ, 2 ਬੰਦੇ ਬੈਠੇ ਆ, ਇੱਕ ਤਾਂ ਬਲੌਗਰਾਂ ਨੇ ਬੜਾ ਦੁਖੀ ਕੀਤਾ ਯਾਰ, ਐਦਾਂ ਵੀ ਬਾਈ ਕਹਿ ਦਿੰਦੇ ਆ, ਤੇ ਇੱਕ ਕਹਿ ਦਿੰਦੇ ਆ ਬਾਈ ਯਾਰ ਤੂੰ ਅਰਨਿੰਗ ਨਾ ਦਿਖਾਇਆ ਕਰ ਆਪਣੀ ਇੰਸਟਾਗ੍ਰਾਮ ਤੇ, ਵੀਡੀਓ ਪਾ ਦਿਆ ਕਰ, ਕੋਈ ਚੱਕਰ ਨਹੀਂ, ਅਰਨਿੰਗ ਨਾ ਦਿਖਾ, ਤੇਰੀ ਮੰਨ ਲਓ ਜ਼ਿਆਦਾ ਅਰਨਿੰਗ ਦੇਖ ਕੇ ਜ਼ਿਆਦਾ ਲੋਕ ਜਮੈਟੋ 'ਚ ਆ ਰਹੇ ਆ ਤੇ ਸਾਡਾ ਕੰਮ ਘਟ ਰਿਹਾ। ਬਾਈ ਮੈਂ ਇਹ ਕਹਿਣਾ ਚਾਹੁੰਦਾ, ਹਰੇਕ ਬੰਦਾ ਆਪਣੀ ਮਿਹਨਤ ਦੀ ਖਾਂਦਾ ਆ, ਕਿਸੇ ਦਾ ਨਹੀਂ ਕੋਈ ਖੋ ਸਕਦਾ, ਆਪਣੀ ਮਿਹਨਤ ਦਾ ਖੱਟਿਆ ਖਾਣਾ, ਤੇ ਬਸ ਆਪਣੇ ਰੱਬ ਦੇ ਭਰੋਸੇ ਆਪਣੀ ਮਿਹਨਤ ਕਰੀ ਜਾਓ, ਸਭ ਕੁਝ ਸਫਲ ਹੀ ਆ। ਸਹੀ ਗੱਲ ਹੈ, ਸਹੀ, ਮਤਲਬ ਕਿ ਕਹਿ ਲਓ ਵੀ ਜਰਦੇ ਜੇ ਨਹੀਂ ਇੱਕ ਦੂਸਰੇ ਨੂੰ ਕਾਮਯਾਬ ਹੁੰਦੇ ਦੇਖ ਕੇ। ਉਹ ਭਾਜੀ ਸ਼ੁਰੂ ਤੋਂ ਹੀ ਆ ਚੱਲਦਾ ਆ ਰਿਹਾ, ਤੁਹਾਨੂੰ ਪਤਾ ਹੀ ਆ। ਹੁਣ ਪਹਿਲਾਂ ਸੀਗੇ ਸੋਸ਼ਲ ਮੀਡੀਆ ਤੋਂ ਪਹਿਲਾਂ ਕੋਈ ਹੈ ਹੀ ਨਹੀਂ ਸੀ ਆਪਣਾ ਇਦਾਂ ਦਾ ਸਿਸਟਮ, ਕਦੀ ਦਿਮਾਗ ਤੇ ਟੈਨਸ਼ਨ ਨਹੀਂ ਲਈ ਕਿ ਉਹ ਬੰਦਾ ਲੱਗਦਾ, ਉਹ ਸਾਰਿਆਂ ਨਾਲ ਹੱਸ ਖੇਲ ਕੇ। ਜਿੱਦਾਂ ਦੇ ਸੋਸ਼ਲ ਮੀਡੀਆ ਤੇ ਇਦਾਂ ਲੱਗੀ ਜਾਂਦਾ ਵੀ ਉਹ ਵੀ ਮੇਰਾ ਦੁਸ਼ਮਣ, ਉਹ ਵੀ ਮੇਰਾ ਦੁਸ਼ਮਣ, ਅੱਗੇ ਉਹ ਰਿਐਕਟ ਇਦਾਂ ਦਾ ਹੁੰਦਾ ਨਾ, ਕਿਉਂਕਿ ਬੰਦੇ ਨੂੰ ਜੱਜਮੈਂਟ ਹੋ ਹੀ ਜਾਂਦੀ ਭਾਜੀ, ਨਾਰਮਲ ਜੀ ਗੱਲ ਆ, ਬੰਦਾ ਹੱਥ ਮਿਲਾਉਂਦਾ ਕਿਹੜੇ ਹਿਸਾਬ ਨਾਲ ਮਿਲਾਉਂਦਾ। ਸਹੀ ਗੱਲ ਹੈ। ਤੇ ਆਪਾਂ ਵੀ ਬਾਹਰ ਥੋੜਾ ਘੁੰਮੇ ਫਿਰੇ ਆ, ਬੰਦਿਆਂ 'ਚ ਵਿਚਰੇ ਆ, ਤੇ ਥੋੜਾ ਪਤਾ ਲੱਗ ਜਾਂਦਾ ਭਾਜੀ। ਤੇ ਤੁਸੀਂ ਨਹੀਂ ਸੋਚਿਆ ਚਲੋ 100 ਡੇ ਚੈਲੰਜ ਤਾਂ ਤੁਸੀਂ ਲੈ ਲਿਆ, ਤੁਹਾਡੇ ਦਿਮਾਗ 'ਚ ਇਹ ਨਹੀਂ ਆਇਆ ਵੀ ਭਾਈ ਜੇ ਗਰੀਬੀ ਦਾ ਕੋਡ ਕੱਢਣਾ ਹੈ, ਕਿਉਂਕਿ ਆਪਣੇ ਪੰਜਾਬੀਆਂ ਦੀ ਤਾਂ ਇਹ ਰਵਾਇਤ ਹੀ ਬਣ ਗਈ ਆ ਵੀ ਜੇ ਗਰੀਬੀ ਠਾਉਣੀ ਆ ਬਾਹਰ ਚਲੇ ਜਾਓ। ਤੁਸੀਂ ਨਹੀਂ ਸੋਚਿਆ ਵੀ ਮੈਂ ਬਾਹਰ ਜਾ ਕੇ ਗਰੀਬੀ ਚੱਕਾਂ, ਛੱਡਾਂ ਇਸ ਕੰਮ ਦਾ ਖਹਿੜਾ? ਬਾਹਰ ਵਾਲੀ ਰੇਲ ਗੱਡੀ 'ਚ ਬਾਈ ਮੈਂ ਚੜ ਚੁੱਕਿਆ ਤੇ ਧੱਕੇ ਖਾ ਕੇ ਵਾਪਸ ਵੀ ਆ ਚੁੱਕਿਆ। ਕਿੱਥੇ ਗਏ ਸੀ? ਮੈਂ ਮਲੇਸ਼ੀਆ ਗਿਆ ਸੀ ਬਾਈ 2018 ਦੇ, ਤਕਰੀਬਨ 18 ਦੇ ਕੋਲ, ਤੇ ਮੈਂ 3.5 ਸਾਲ ਲਾ ਕੇ ਵਾਪਸ ਆਇਆ। ਮੈਂ ਰੈਸਟੋਰੈਂਟ 'ਚ ਵੇਟਰ ਦਾ ਕੰਮ ਕਰਦਾ ਸੀ, ਤੇ ਠੀਕ ਸੀ ਅਰਨਿੰਗ, ਪਰ ਉਹ ਇਦਾਂ ਸੀਗਾ ਬਾਈ, ਉੱਥੇ ਵੀ ਮੈਨੂੰ ਇਹੀ ਸੀਗਾ ਮੈਂ ਕੁਛ ਨਾ ਕੁਛ ਕਰਨਾ ਪੰਜਾਬ 'ਚ ਰਹਿ ਕੇ, ਕਿਉਂਕਿ ਬਾਈ ਜੋ ਬੰਦਾ ਬਾਹਰ ਸਕਸੈਸ ਹੋ ਜਾਂਦਾ ਆ ਉਹ ਜੰਮਿਆ ਪਲਿਆ ਪਿੰਡ ਹੁੰਦਾ। ਚਲੋ ਬਾਈ ਇੱਥੇ ਇੱਕ ਛੋਟਾ ਜਿਹਾ ਮੇਰਾ ਸਵਾਲ ਹੈ, ਤੁਸੀਂ ਪੰਜਾਬ ਦੇ ਲਈ ਗੱਲ ਕੀਤੀ ਹੈ ਤੇ ਮੈਂ ਚਾਹੂੰਗਾ ਇਹ ਵੀ ਗੱਲ ਜ਼ਰੂਰ ਟੱਚ ਕੀਤੀ ਜਾਵੇ। ਤੁਸੀਂ ਕੰਮ ਕਰਦੇ ਹੋ, ਬਹੁਤ ਸਾਰੇ ਤੁਹਾਡੇ ਨਾਲ ਕੰਮ ਕਰਨ ਵਾਲੇ ਹੋਰ ਸਾਥੀ ਹੋਣਗੇ, ਜੇ ਪੰਜਾਬ ਦੀ ਜਾਂ ਪ੍ਰਵਾਸੀਆਂ ਦੀ ਅਨੁਪਾਤ ਦੇਖਣਾ ਹੋਵੇ ਤਾਂ ਕਿੰਨੇ ਕੁ ਬੰਦੇ ਪੰਜਾਬੀ ਤੁਹਾਡੇ ਨਾਲ ਕੰਮ ਕਰਦੇ ਨੇ, ਕਿੰਨੇ ਕੁ ਪ੍ਰਵਾਸੀ ਕਰਦੇ ਨੇ, ਤੇ ਕੰਮ ਪ੍ਰਤੀ ਜ਼ਿਆਦਾ ਇਮਾਨਦਾਰ ਕੌਣ ਹੈ, ਕੰਮ ਖਿੱਚ ਕੇ ਕੌਣ ਰੱਖਦਾ? ਸਿੱਧੀ ਤੇ ਸਾਫ਼ ਗੱਲ 30% ਪੰਜਾਬੀ, ਸਿਰਫ 30%? ਹਾਂ, ਬਾਕੀ ਸਭ ਪ੍ਰਵਾਸੀ ਆ। ਦੂਜੀ ਗੱਲ ਬਈ ਕੰਮ ਇਮਾਨਦਾਰੀ ਤੇ ਜਿਹੜੀ ਮਿਹਨਤ ਆ ਉਹ ਕਰਦੇ ਆ, ਤਾਂ ਹੀ ਇੱਥੇ ਟਿਕੇ ਹੋਏ ਆ। ਉਹ ਜ਼ਿਆਦਾ ਕਰਦੇ ਕੰਮ, ਉਹ ਇਹ ਨਹੀਂ ਦੇਖਦੇ ਸਾਨੂੰ ਕਿਲੋਮੀਟਰ ਦਾ ਰੇਟ ਕਿੰਨਾ ਮਿਲਿਆ, ਇਹ ਕਿੰਨਾ ਮਿਲਿਆ, ਆਪਾਂ ਥੋੜਾ ਲਾਰੀ ਦਾ ਜੋੜ ਕਢਾਓ, ਉਹ ਇਹ ਚੀਜ਼ਾਂ ਨਹੀਂ ਦੇਖਦੇ, ਉਹਨੇ ਬਸ ਦੱਬੀ ਤੁਰੇ ਜਾਣਾ। ਇਹ ਹੁਣ ਇਸੇ ਗੱਲ ਤੇ ਮੈਂ ਆ ਜਾਣਾ, ਤੁਸੀਂ ਜਦੋਂ ਕੰਮ ਸ਼ੁਰੂ ਕੀਤਾ ਸੀ ਤੁਸੀਂ ਇਸ ਤੋਂ ਝਿਜਕ ਮੰਨਦੇ ਸੀ ਵੀ ਮੈਂ ਆਹ ਬਾਈ ਟੀ-ਸ਼ਰਟ ਨਹੀਂ ਪਾ ਕੇ ਜਾਣੀ, ਜਾਂ ਜਿਹੜਾ ਝੋਲਾ ਹੁੰਦਾ ਪਿੱਛੇ ਤੁਹਾਡਾ ਪਾਇਆ ਉਹ ਨਹੀਂ ਪਾਉਣਾ, ਝਿਜਕ ਤਾਂ ਨਹੀਂ ਆਉਂਦੀ ਸੀ ਜਦੋਂ ਸ਼ੁਰੂ ਕੀਤਾ ਸੀ? ਬਿਲਕੁਲ ਬਾਈ, ਝਿਜਕ ਬਹੁਤ ਆਉਂਦੀ ਸੀ। ਏਦਾਂ ਆਉਂਦੀ ਸੀ ਜਦੋਂ ਮੈਨੂੰ ਜਮੈਟੋ ਮੈਂ ਸਟਾਰਟ ਕੀਤਾ, ਮੈਨੂੰ ਬੈਗ ਮਿਲਿਆ ਸੀ ਜਿਹੜਾ ਬਾਈਕ ਦੇ ਪਿੱਛੇ ਬੰਨ੍ਹਦੇ ਆਪਾਂ, ਉਹ ਮੈਂ ਇਕੱਠਾ ਕਰਕੇ ਲੈ ਕੇ ਜਾਂਦਾ ਹੁੰਦਾ ਸੀ, ਟੀ-ਸ਼ਰਟ ਵੀ ਨਹੀਂ ਪਾਉਂਦਾ ਹੁੰਦਾ ਸੀ ਮੈਂ, ਇਕੱਠਾ ਕਰਕੇ ਸ਼ਹਿਰ ਜਾ ਕੇ ਬੰਨਣਾ, ਸ਼ਹਿਰ ਜਾ ਕੇ ਵੀ ਕਿਤੇ ਓਲੀ ਜਗ੍ਹਾ ਤੇ ਮੈਨੂੰ ਕੋਈ ਬੰਨ੍ਹਦਾ ਨਾ ਦੇਖ ਲਵੇ। ਮਤਲਬ ਕਿ ਝਿਜਕ ਨਾਰਮਲ ਜੀ ਗੱਲ ਆ, ਬੰਦਾ ਸ਼ਰਮ ਮੰਨਦਾ ਹੀ ਐ ਕੋਈ ਵੀ ਕੰਮ ਤੋਂ, ਮਤਲਬ ਕਿ ਪੰਜਾਬ 'ਚ, ਤੇ ਇਹ ਚੀਜ਼ ਦੀ ਮੈਨੂੰ ਵੀ ਥੋੜੀ ਆਉਂਦੀ ਸੀ ਪਹਿਲਾਂ, ਝਿਜਕ ਆਉਂਦੀ ਸੀ, ਪਰ ਹੌਲੀ ਹੌਲੀ ਜਦੋਂ ਫਿਰ ਥੋੜਾ ਠੀਕ ਆ, ਸਪੋਰਟ ਹੋਣ ਲੱਗੀ ਪੈਸੇ ਦੀ, ਤੇ ਆਪਾਂ ਫਿਰ ਐਕਸੈਪਟ ਕੀਤਾ ਇਸ ਚੀਜ਼ ਨੂੰ, ਹੁਣ ਟੀ-ਸ਼ਰਟ ਪਾ ਕੇ ਖੜੇ ਆ। ਜ਼ਾਹਰ ਹੈ ਜੇ ਝਿਜਕ ਆਉਂਦੀ ਆ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਨੇ। ਇੱਕ ਕਾਰਨ ਤਾਂ ਇਹ ਵੀ ਮੰਨਿਆ ਜਾਂਦਾ ਵੀ ਲੋਕ ਟੀਚਰਾਂ ਕਰਦੇ ਨੇ ਵੀ ਭਾਈ ਦੇਖ ਕਿਹੜੇ ਕੰਮੀ ਪਿਆ ਹੈ, ਕੋਈ ਹੋਰ ਕੰਮ ਨੂੰ ਸਨਮਾਨ ਨਹੀਂ ਦਿੰਦੇ, ਇਹ ਵੀ ਮੰਨਦੇ ਹੋ? ਬਿਲਕੁਲ ਮੰਨਦੇ ਭਾਜੀ, ਐਦਾਂ ਹੁੰਦਾ ਸਿਸਟਮ ਭਾਜੀ। ਹੁਣ ਜਿੱਦਾਂ ਮੰਨ ਲਓ ਮੈਂ ਜਮੈਟੋ ਤੋਂ ਪਹਿਲਾਂ ਮੰਨ ਲਓ ਬਾਲ ਖੜੇ ਕਰਕੇ ਸੋਸ਼ਲ ਮੀਡੀਆ ਤੇ ਫੋਟੋ ਪਾਤੀ, ਮੈਂ ਟੌਰ ਦਿਖਾਉਣੀ, ਮਤਲਬ ਕਿ ਮੇਰੀ ਹਾਈਟ ਆ, ਮੈਂ ਪਿੰਡ 'ਚ ਮਤਲਬ ਕਿ ਟੌਰ ਨਾਲ ਘੁੰਮ ਰਿਹਾ, ਯਕਦਮ ਹੀ ਆਪਾਂ ਜਮੈਟੋ ਦੀ ਟੀ-ਸ਼ਰਟ ਪਾ ਕੇ ਪੀਜ਼ਾ ਡਿਲੀਵਰੀ ਦਾ ਕੰਮ ਕਰੀਏ, ਤੇ ਨਾਰਮਲ ਜੀ ਗੱਲ ਆ ਦਿਮਾਗ 'ਚ ਆਉਂਦੀ ਆ ਯਾਰ ਬੰਦੇ ਮੈਨੂੰ ਦੇਖ ਨਾ ਲੈਣ ਵੀ ਮੈਂ ਤਾਂ ਪਹਿਲਾਂ ਇੰਨਾ ਵਧੀਆ ਹੁੰਦਾ ਸੀ ਸਿਸਟਮ, ਇਹ ਗੱਲ ਹੋ ਜਾਂਦੀ ਭਾਜੀ। ਇਸ ਕਰਕੇ ਬੰਦਾ ਥੋੜੀ ਸ਼ਰਮ ਮੰਨਦਾ ਆ। ਤੇ ਜੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿੱਦਾਂ ਬਾਹਰ ਜੇ ਕਿ ਬਾਹਰ ਜਾ ਕੇ ਇਦੋਂ ਵੀ ਮੈਂ ਕਹਿੰਦਾ ਉਹ ਦੂਜੇ ਲੈਵਲ ਦੇ ਕੰਮ ਕਰਦੇ ਆ, ਤੇ ਬਾਹਰ ਜਾ ਕੇ ਵੀ ਜੇ ਸ਼ਰਮ ਉਹ ਛੱਡਦੇ ਤੇ ਇੱਥੇ ਸ਼ਰਮ ਛੱਡ ਕੇ ਦੇਖ ਲਓ, ਬਹੁਤ ਕੁਝ ਬਣ ਜਾਣਾ। ਸਹੀ ਗੱਲ ਹੈ, ਇਹ ਤਾਂ ਬਾਈ ਨੇ ਬਹੁਤ ਚੰਗੀ ਗੱਲ ਕੀਤੀ ਹੈ ਕਿ ਬਾਹਰ ਜਾ ਕੇ ਤਾਂ ਤੁਸੀਂ ਆਪਣੀ ਸੰਗ ਸ਼ਰਮ ਨੂੰ ਮਾਰ ਹੀ ਲੈਂਦੇ ਹੋ, ਹਰੇਕ ਤਰੀਕੇ ਦਾ ਕੰਮ ਕਰ ਲੈਂਦੇ ਹੋ। ਜੇ ਉਹ ਕੰਮ ਇੱਥੇ ਕਰ ਲਓਗੇ ਤਾਂ ਹੋ ਸਕਦਾ ਤੁਸੀਂ ਬਾਹਰ ਨਾਲੋਂ ਵੀ ਜ਼ਿਆਦਾ ਸਫਲ ਇੱਥੇ ਹੋ ਜਾਓ। ਬਾਈ ਸਵਾਲ ਇਹ ਸੀ, ਹੁਣ ਇੰਨਾ ਲੰਬਾ ਸਮਾਂ ਕੰਮ ਕਰਦੇ ਆ, ਬਹੁਤ ਸਾਰੇ ਹਾਦਸੇ ਵੀ ਜ਼ਿੰਦਗੀ ਦੇ ਵਿੱਚ ਵਾਪਰਦੇ ਨੇ, ਕੋਈ ਇਦਾਂ ਦਾ ਹਾਦਸਾ ਜਿਹਨੇ ਦਿਲ ਤੋੜ ਦਿੱਤਾ ਹੋਵੇ ਵੀ ਭਾਈ ਇਹ ਕੰਮ ਛੱਡੋ, ਜਾਂ ਚੈਲੰਜ ਦੇ ਦੌਰਾਨ ਕੋਈ ਬਹੁਤ ਵੱਡੀ ਔਕੜ ਆਈ ਹੋਵੇ ਵੀ ਕਿਸੇ ਨੂੰ ਚੀਜ਼ ਡਿਲੀਵਰ ਕਰਨ ਗਿਆ, ਕੋਈ ਉਹ ਚੀਜ਼ ਦੱਸੋ ਜਿਹੜੀ ਲੱਗਦਾ ਹੋਵੇ ਪਿੰਚ ਕਰਦੀ ਹੋਵੇ ਵੀ ਭਾਈ ਯਾਰ ਇਹ ਤਾਂ ਬਹੁਤ ਜ਼ਿਆਦਾ ਹੀ ਧੱਕਾ? ਬਾਈ 2 ਵਾਕੇ ਹੋਏ ਸੀਗੇ, ਇੱਕ ਤਾਂ ਲੁੱਟ ਖੋਹ ਵਾਲਾ ਹੋਣ ਲੱਗਾ ਸੀ, ਪ੍ਰਮਾਤਮਾ ਦੀ ਕਿਰਪਾ ਨਾਲ ਬਚ ਗਿਆ, ਤੇ ਦੂਜੀ ਹੋਈ ਸੀ ਕਸਟਮਰ ਦਾਰੂ ਪੀ ਕੇ ਗਾਲ ਕੱਢ ਗਿਆ ਸੀ। ਇਹ 2 ਵਾਕੇ ਹੋਏ, ਦੋਨੇ ਟਾਈਮਾਂ ਤੇ ਲੱਗਾ ਮੈਨੂੰ ਯਾਰ ਕੰਮ ਗਲਤ ਆ ਇਹ। ਤੇ ਇਦਾਂ ਹੁੰਦਾ ਵੀ ਡਿਲੀਵਰ ਕਰਨ ਗਏ ਕੋਈ ਚੀਜ਼ ਤੇ ਅੱਗਿਓਂ ਬੰਦੇ ਨੇ ਕੁਝ ਅਜਿਹਾ ਖਾਦਾ ਹੋਇਆ ਤਾਂ ਉਹ ਲੜ ਪੈਂਦਾ? ਬਿਲਕੁਲ ਬਾਈ, ਕਿਉਂਕਿ ਰਾਤ ਨੂੰ ਕੰਮ ਕਰੀਦਾ, ਨਾਰਮਲ ਜੀ ਗੱਲ ਆ, ਲੋਕ ਡਰਿੰਕ ਕੋਈ ਨਾ ਕੋਈ ਕਰਦਾ ਹੀ ਆ, ਡਰਿੰਕ ਕਰਕੇ ਆਰਡਰ ਕਰ ਦਿੰਦੇ ਆ, ਉਹ ਕਿਸੇ ਵੇਲੇ ਸੌਂ ਜਾਂਦੇ ਆ, ਅਸੀਂ ਜਿੱਦਾਂ ਲੋਕੇਸ਼ਨ ਤੇ ਪਹੁੰਚ ਕੇ ਫੋਨ ਕਰ ਦਈਦਾ, ਉਹ ਕਹਿ ਦਿੰਦੇ ਸਾਨੂੰ ਡਿਸਟਰਬ ਕੀਤਾ ਇਹਨਾਂ ਨੇ ਫੋਨ ਕਰਕੇ, ਬਸ ਪੈਂਦੀ ਸੱਟੇ ਇਦਾਂ ਫੋਨ ਕਰਕੇ ਗਲਤ ਬੋਲਣ ਲੱਗ ਪੈਂਦੇ ਆ ਵੀ ਫੋਨ ਕਰੀ ਜਾਂਦਾ ਕੌਣ ਆ ਤੂੰ,
ਕਹਿ ਵੀ ਦਈਦਾ ਵੀ ਤੁਸੀਂ ਆਰਡਰ ਕੀਤਾ ਹੈ ਵੀ ਆਰਡਰ ਪਿਕ ਕਰ ਲਓ ਆ ਕੇ, ਕਿਹੜਾ ਆਰਡਰ ਓਵਰ ਹੋ ਜਾਂਦੇ ਫਿਰ ਆਰਡਰ ਨਾ ਕਰੇ ਬੰਦਾ। ਜਦੋਂ ਤੁਸੀਂ ਡਰਿੰਕ ਕੀਤੀ ਥੋੜਾ ਘਰ ਇਹ ਚੀਜ਼ਾਂ ਨੂੰ ਸੋਚਣਾ ਚਾਹੀਦਾ। ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਕਹਿਣ ਦਾ ਮਤਲਬ। ਤੇ ਫਿਰ ਖਿਆਲ ਕੀ ਆਉਂਦਾ ਮਨ ਚ, ਛੱਡਣ ਬਾਰੇ ਨਹੀਂ ਆਉਂਦਾ ਵੀ ਛੱਡ ਭਾਈ ਕੋਈ ਹੋਰ ਕੰਮ ਕਰਦੇ ਆ? ਨਹੀਂ ਛੱਡਣ ਬਾਰੇ ਬਾਈ ਪਹਿਲਾਂ ਆਇਆ ਸੀ, ਉਦੋਂ ਹੀ ਜਦੋਂ ਇਹ ਵਾਕਿਆ ਹੋਇਆ ਸੀ। ਤੇ ਉਸ ਤੋਂ ਬਾਅਦ ਇਦਾਂ ਸੀਗਾ ਬਾਈ ਵੀ ਆਪਣਾ ਸਾਰਾ ਕੁਝ ਸਰਕਲ ਸਹੀ ਚੱਲਦਾ ਸੀ, ਆਪਣੀ ਕਿਸ਼ਤ ਜਾ ਰਹੀ ਸੀ, ਘਰੇ ਵੀ ਸਰਕਲ ਠੀਕ ਸੀਗਾ, ਜਿੱਦਾਂ ਘਰਦਿਆਂ ਨੂੰ ਦੇਣ ਲੱਗ ਪਿਆ ਸੀ ਪੈਸੇ ਮੈਂ, ਤੇ ਸਰਕਲ ਸਹੀ ਚੱਲ ਪਿਆ, ਇਸ ਕਰਕੇ ਕੰਮ ਛੱਡਿਆ ਨਹੀਂ। ਤੇ ਉਸ ਤੋਂ ਬਾਅਦ ਆਪਾਂ ਬਲੌਗਿੰਗ ਤੇ ਆ ਗਏ, ਸੋਸ਼ਲ ਮੀਡੀਆ ਤੇ ਹੁਣ ਤਾਂ ਬਿਲਕੁਲ ਨਹੀਂ। ਤੇ 100 ਦਿਨ ਦਾ ਤੁਹਾਡਾ ਜਿਹੜਾ ਚੈਲੰਜ ਹੈ ਉਹ ਜਦੋਂ ਵੀ ਕੰਪਲੀਟ ਹੋ ਜਾਂਦਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪੂਰਾ ਕਰੋ ਤੇ ਅੱਗੇ ਹੋਰ ਮੱਲਾ ਮਾਰੋ। ਜਦੋਂ ਪੂਰਾ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਕੀ ਸੋਚਿਆ ਹੋਇਆ ਹੈ ਉਸ ਪੈਸੇ ਦੇ ਨਾਲ ਕਰਨਾ ਕੀ ਹੈ, ਕੀ ਕਰਨਾ ਚਾਹੋਗੇ? ਸਭ ਤੋਂ ਪਹਿਲੀ ਗੱਲ ਤਾਂ ਇਹ ਆ ਬਾਈ ਵੀ ਲੱਖ ਰੁਪਇਆ ਪੂਰਾ ਤਾਂ ਬਚਣਾ ਨਹੀਂ। ਅੱਛਾ, ਤੇਲ ਨਿਕਲ ਗਿਆ, ਰੋਟੀ ਖਾ ਲਈ ਦੀ, ਰੀਚਾਰਜ ਵਗੈਰਾ ਹਨਾ, ਤਾਂ ਥੋੜਾ ਉਹ ਹਿਸਾਬ ਤਾਂ ਮੈਂ ਸਾਰਾ ਜੋੜ ਘਟਾ ਲਾ ਕੇ ਆਪਣੇ ਪੇਜ ਤੇ ਰਿਵੀਲ ਕਰ ਦੂੰਗਾ। ਤੇ ਬਾਕੀ ਇਦਾਂ ਬਸ 100 ਦਿਨਾਂ ਤੋਂ ਪਹਿਲਾਂ 85-90 ਦਿਨ ਲੱਗਣਗੇ ਮੈਨੂੰ। ਤੇ ਹੁਣ ਵੈਸੇ ਇਦਾਂ ਵੀ ਮੇਰੀ ਸਪੀਡ ਥੋੜੀ ਸਲੋ ਜਾ ਰਹੀ ਆ, ਹੁਣ ਮੈਨੂੰ ਅੱਜ 50ਵੇਂ ਦਿਨ ਤੋਂ ਬਾਅਦ ਹੀ ਕੱਲ ਤੋਂ ਹੀ ਮੈਨੂੰ ਦੁੱਗਣੀ ਸਪੀਡ ਨਾਲ ਕੰਮ ਕਰਨਾ ਪਵੇਗਾ। ਹਾਂਜੀ। ਤੇ ਉਹ ਲਾਉਂਗੇ ਕਿੱਥੇ, ਮੈਂ ਇਹੀ ਪੁੱਛ ਰਿਹਾ ਸੀ। ਲਾਉਂਗੇ ਬਾਈ, ਥੋੜੀਆਂ ਕਿਸ਼ਤਾਂ ਰਹਿੰਦੀਆਂ ਉਹ ਉਤਾਰ ਦੂੰਗਾ ਤੇ ਕੁਛ ਮੰਮੀ ਨੂੰ ਦੇ ਦੇਵਾਂਗੇ। ਅੱਛਾ, ਮੰਮੀ ਨੂੰ। ਤੇ ਮੰਮੀ ਨੂੰ ਕਿਹੜੀ ਚੀਜ਼ ਦੇਣਾ ਚਾਹੋਗੇ ਤੁਸੀਂ ਉਹ ਕਰਕੇ ਪੂਰਾ? ਲੱਖ ਰੁਪਏ ਦਾ ਚੈਲੰਜ ਪੂਰਾ ਕਰਕੇ ਚੀਜ਼ ਬਾਈ ਆਪੇ ਹੀ ਲਿਆਉਣਗੇ, ਕਿਉਂਕਿ ਆਪਾਂ ਪੈਸੇ ਦੇ ਦੇਵਾਂਗੇ। ਅੱਛਾ, ਹਾਂਜੀ, ਜਿੰਨੇ ਬਚੇ ਸਾਰਾ ਖਰਚਾ ਕੱਢ ਕੇ। ਸਹੀ ਹੈ। ਤੇ ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਇਹ ਕਹਿੰਦੇ ਨੇ ਹਾਲੇ ਵੀ ਪੰਜਾਬ 'ਚ ਰਹਿੰਦਿਆਂ ਹੋਇਆਂ ਕਿ ਯਾਰ ਪੰਜਾਬ 'ਚ ਕੁਝ ਨਹੀਂ ਬਣਦਾ, ਚਲੋ ਇੱਥੋਂ ਛੱਡ ਕੇ ਕਿਸੇ ਵਿਦੇਸ਼ ਦੇ ਵਿੱਚ ਕਿਤੇ ਚੱਲਦੇ ਆ, ਉੱਥੇ ਜਾ ਕੇ ਆਪਾਂ ਕੁਝ ਕਰਦੇ ਆ। ਤੁਸੀਂ ਵੀ ਲੱਗੇ ਹੋਏ ਹੋ, ਤੁਹਾਡੇ ਨਾਲ ਦੇ ਹੋਰ ਕਿੰਨੇ ਨੌਜਵਾਨ ਲੱਗੇ ਹੋਣਗੇ ਜਿਨ੍ਹਾਂ ਨੇ, ਬਹੁਤ ਸਾਰਿਆਂ ਨੇ ਤਾਂ ਆਪਣੇ ਸੁਪਨੇ ਮਾਰੇ ਨੇ, ਪੜ੍ਹਦੇ ਆ ਇੱਧਰ ਲੱਗੇ ਹੋਏ ਨੇ। ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਬਾਰੇ ਜਿਹੜੇ ਵਿਦੇਸ਼ ਦੀ ਦੌੜ 'ਚ ਫਿਰ ਸਿਰਫ ਫਸੇ ਹੋਏ ਨੇ, ਇੱਥੇ ਕੁਝ ਕਰਨਾ ਹੀ ਨਹੀਂ ਚਾਹੁੰਦੇ? ਜਿਹੜੇ ਤਾਂ ਬਾਈ ਨਹੀਂ ਗਏ ਹੋਏ ਵਿਦੇਸ਼, ਉਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਮੈਂ ਘੁੰਮ ਕੇ ਆਇਆ ਹੋਇਆ, ਜ਼ਿੰਦਗੀ ਬਹੁਤ ਜ਼ਿਆਦਾ ਔਖੀ ਬਾਹਰ। ਮੈਂ ਕਹਿੰਦਾ ਜੇ ਤੁਸੀਂ 100% ਉੱਧਰ ਮਿਹਨਤ ਕਰਦੇ 70% ਇੱਧਰ ਰਹਿ ਕੇ ਮਿਹਨਤ ਕਰ ਲਓ ਨਾ, ਤੁਹਾਨੂੰ ਮੁਕਾਮ ਹਾਸਲ ਹੋ ਜਾਊਗਾ। ਤੁਸੀਂ ਆਪਣਾ ਜੋ ਟੈਲੈਂਟ ਆ, ਤੁਸੀਂ ਟੈਲੈਂਟ ਦੇ ਸਹਾਰੇ ਤੁਸੀਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਭਾਈ ਸਾਰਾ ਕੁਛ ਆ, ਕਿਤੇ ਜਾਣ ਦੀ ਲੋੜ ਹੀ ਨਹੀਂ ਹੈਗੀ। ਤੁਸੀਂ ਆਪਣਾ ਸੋਸ਼ਲ ਮੀਡੀਆ ਤੇ ਟਰਾਈ ਕਰ ਲਓ ਤੇ ਸਕਸੈਸ ਜ਼ਰੂਰ ਮਿਲਦੀ ਆ। ਤੇ ਡੇਲੀ ਕੰਮ ਕਰੋ, ਰੈਗੂਲਰ ਰਹੋ ਆਪਣੀ ਜ਼ਿੰਦਗੀ 'ਚ, ਕੋਈ ਵੀ ਕੰਮ ਕਰਦੇ ਆ। ਤੇ ਬਾਹਰ ਮੇਰੇ ਹਿਸਾਬ ਨਾਲ ਭਾਜੀ ਪਿੰਡ ਦਾ ਪਿੰਡ ਹੀ ਆ ਭਾਜੀ, ਜੇ ਬੰਦਾ ਕਿਤੇ ਵੀ ਚੱਲ ਜਾਵੇ ਉਹਨੂੰ ਪਿੰਡ ਦੀ ਯਾਦ ਤਾਂ ਆਉਣੀ ਆ। ਤੇ ਮੇਰੇ ਹਿਸਾਬ ਨਾਲ ਇੱਧਰ ਟਰਾਈ ਮਾਰ ਲਓ ਤੇ 100% ਬੰਦਾ ਸਕਸੈਸਫੁਲ ਹੋ ਜਾਂਦਾ ਹੈ ਜੀ। ਅੰਤ ਦੇ ਵਿੱਚ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿ ਹੁਣ ਮੋਟੀਵੇਸ਼ਨ ਦਾ ਲੈਵਲ ਕਿੰਨਾ ਕੁ ਹੈ? 50 ਦਿਨ ਹੋ ਗਏ ਨੇ। ਮੇਰਾ ਤਾਂ ਬਾਈ ਪਹਿਲੇ ਦਿਨ ਤੋਂ ਉਦਾਂ 100% ਸੀ, ਤੇ ਹੁਣ ਜਿੱਦਾਂ ਲੋਕਾਂ ਦਾ ਪਿਆਰ ਮਿਲ ਰਿਹਾ ਆ, ਲੋਕ ਕਮੈਂਟ ਮੈਸੇਜ ਕਰਦੇ ਆ, ਕਮੈਂਟ ਕਰਦੇ, ਬਾਈ ਬਹੁਤ ਵਧੀਆ ਵੀਡੀਓ ਹੁੰਦੀਆਂ ਤੇਰੀਆਂ। ਤੇ ਬਸ ਬਾਈ ਉਹ ਜਿਹੜਾ ਇੱਕ ਪੰਪ ਪੁਸ਼ ਕਰ ਦਿੰਦੀ ਬੰਦੇ ਨੂੰ ਕਿ ਬਾਈ ਤੂੰ ਰੁਕਣਾ ਨਹੀਂ, ਹੋਰ ਨਿਕਲ ਜਾ ਅੱਗੇ ਨੂੰ। ਤੇ ਉਹ ਚੀਜ਼ ਨੂੰ ਲੈ ਕੇ ਆਪਾਂ ਰੁਕਣਾ ਨਹੀਂ ਬਾਈ। ਸਹੀ ਗੱਲ ਹੈ। ਤੇ ਨੈਗੇਟਿਵ ਕਮੈਂਟ ਕਰਦੇ ਨੇ ਜਿਹੜੇ, ਨੈਗੇਟਿਵ ਕਮੈਂਟ ਬਾਈ ਇਗਨੋਰ ਉਸ ਟਾਈਮ, ਕਿਉਂਕਿ ਆਪਾਂ ਇਦਾਂ ਦੀਆਂ ਚੀਜ਼ਾਂ ਨੂੰ ਦਿਲ ਤੇ ਲੈਣਾ ਨਹੀਂ ਜਿਹੜਾ ਆਪਾਂ ਨੂੰ ਰੋਕ ਸਕੇ। ਬਿਲਕੁਲ ਨਹੀਂ ਬਾਈ, ਕੋਈ ਚੱਕਰ ਨਹੀਂ। ਬਹੁਤ ਬਹੁਤ ਧੰਨਵਾਦ ਬਾਈ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਬਾਈ ਗੁਰਪ੍ਰੀਤ ਹੁਣੀ। 2 ਕਮਰਿਆਂ ਦੇ ਘਰ ਚੋਂ ਉੱਠ ਕੇ ਜਦੋਂ ਕੋਈ ਨੌਜਵਾਨ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹਰ ਕਿਸੇ ਨੂੰ ਉਸ ਤੋਂ ਸੇਧ ਲੈਣੀ ਚਾਹੀਦੀ ਹੈ, ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਤੇ ਅੱਗੇ ਵਧਣ ਦੀ ਜਿਹੜੀ ਸਾਡੇ ਮਨ ਦੇ ਅੱਗੇ ਵਿੱਚ ਅੱਗ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਕੁਝ ਨਾ ਕੁਝ ਜ਼ਿੰਦਗੀ 'ਚ ਜ਼ਰੂਰ ਅਚੀਵ ਕਰ ਸਕੀਏ। ਸੋ ਗੁਰਪ੍ਰੀਤ ਸਿੰਘ ਹੋਣਾ ਦੀ ਸਟੋਰੀ ਤੁਹਾਨੂੰ ਸੁਣਾਈ ਹੈ, ਉਹਨਾਂ ਦੀ ਜ਼ੁਬਾਨੀ। ਜ਼ੋਮੈਟੋ ਦੇ ਵਿੱਚ ਬਾਈ ਹੁਣੀ ਕੰਮ ਕਰਦੇ ਨੇ, ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ। ਇਹ ਇੱਕ ਗੱਲ ਹੈ, ਵੱਖਰੀ ਹੈ, ਪਰ ਉਹਨਾਂ ਨੇ 100 ਦਿਨ ਦਾ ਇੱਕ ਚੈਲੰਜ ਮਿੱਥਿਆ ਜਿਸ ਦੇ ਵਿੱਚ ਉਹ ਪੈਸੇ ਕਮਾਉਣਾ ਚਾਹੁੰਦੇ ਨੇ ਤਾਂ ਕਿ ਆਪਣੇ ਲਈ ਤੇ ਆਪਣੇ ਪਰਿਵਾਰ ਦੇ ਲਈ ਕੁਝ ਵੱਖਰਾ ਕਰ ਸਕਣ। ਉਸੇ ਉਮੀਦ ਦੇ ਵਿੱਚ ਲਗਾਤਾਰ ਉਹ ਲੱਗੇ ਹੋਏ ਨੇ। ਕਈ ਘੰਟੇ ਸਾਰੀ ਰਾਤ ਡਿਲੀਵਰੀਆਂ ਕਰਦੇ ਨੇ ਤੇ ਫਿਰ ਸਵੇਰ ਨੂੰ ਜਾ ਕੇ ਪੰਜੇ ਤੇ ਪੈਂਦੇ ਨੇ। ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਹੈ? ਸਾਡੇ ਕਮੈਂਟ ਬਾਕਸ ਦੇ ਜ਼ਰੀਏ ਆਪਣੀਆਂ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।